15 तरीक को मेरे को इत्थे आए ने हाई कोर्ट है ना। मैं पटीशन ड्राफ्ट कराई है, इन्हों पढ़ाई है। आ देखो इन्हों की साइन पटीशन हैगी और जी रिलीफ कहते हैं वो इसी एक पेज से हाई कोर्ट ने सैकेंड पोस्टमार्टम किया है, जिन्होंने एक पेज बार बार कहते हैं। ये मेरे खिलाफ नहीं बोलते है ना, मेरे नाल शाम तक इन टच रहते हैं। ऑल ऑफ सडन 23 जो कि बड़ा सेंसिटिव माहौल है, जो तुम मुंडे नूं आखिरी रस्मां पूरियां करनियां ने, अग लानी हैगी है, तो तुसीं मेरे ते एलीगेशनस लाने शुरू करते हैं। इस फैमिली को मैं फ्री सपोर्ट की है, प्रो बोनो सपोर्ट की है, मैं पैसा नहीं लिया जिवें मैं अदर केसिस विच भी करते। तुसीं मेरे को सैकेंड पोस्टमार्टम लिए आए सी, मैं अलाउ करा दिता है। लड़ाई थोड़ी सरकार नाल है, लड़ाई थोड़ी पुलिस नाल है, तुसीं मेरे खिलाफ क्यों इस किस्म का चिकट सुट रहे हो? ਉਹ ਇਹ ਵੀ ਐਲੀਗੇਸ਼ਨ ਤੁਹਾਡੇ ਤੇ ਲਾਉਂਦੇ ਨੇ ਵੀ ਜਦੋਂ ਪਟੀਸ਼ਨ ਦਾਇਰ ਕਰਨੀ ਸੀ ਉਹਨਾਂ ਨੇ ਤੁਹਾਡੇ ਨਾਲ ਫੋਨ ਤੇ ਗੱਲ ਕੀਤੀ, ਤੁਹਾਨੂੰ ਪੁੱਛਿਆ ਵੀ ਪਟੀਸ਼ਨ ਦਾਇਰ ਕਰ ਦਿੱਤੀ ਹੈ, ਤਾਂ ਅੱਗਿਓਂ ਸਿਮਰਨਜੀਤ ਜੀ ਜਵਾਬ ਦਿੰਦੇ ਨੇ ਕਿ ਮੈਂ ਖੁਦ ਡਿਪਰੈਸ਼ਨ ਦੇ ਵਿੱਚ ਸੀ, ਮੈਂ 1-2 ਦਿਨ ਦੇ ਵਿੱਚ ਕਰ ਦਵਾਂਗਾ। ਇਦਾਂ ਦਾ ਉਹਨਾਂ ਨੇ ਤੁਹਾਡੇ ਤੇ ਇਲਜ਼ਾਮ ਲਾਇਆ। ਮੈਨੂੰ ਡਿਪਰੈਸ਼ਨ ਕਾਹਦੀ ਹੋਣੀ ਹੈ? ਮੇਰਾ ਮੁੰਡਾ ਥੋੜਾ ਕਤਲ ਹੋਇਆ ਹੈ ਨਾ, ਚਾਹੇ ਮੇਰੇ ਤੇ ਕੋਈ ਐਲੀਗੇਸ਼ਨ ਥੋੜਾ ਡਰੱਗਸ ਦੇ ਲੱਗੇ ਨੇ ਕਿ ਮੈਨੂੰ ਡਿਪਰੈਸ਼ਨ ਆਣੀ ਹੈ। ਇਹ ਵੀ ਤੁਹਾਡੇ ਤੇ ਇਲਜ਼ਾਮ ਲਾਉਂਦੇ ਨੇ ਵੀ ਸਾਨੂੰ ਕੋਰਟ ਦੇ ਵਿੱਚ ਇਹਨਾਂ ਨੇ 10-10:30 ਦੇ ਕਰੀਬ ਬੁਲਾ ਲਿਆ ਤੇ ਖੁਦ ਇਹ ਪਹੁੰਚਦੇ ਨੇ 11:30 ਤੋਂ ਬਾਅਦ। ਇਹਨਾਂ ਨੇ ਇਹ ਵੀ ਇਲਜ਼ਾਮ ਤੁਹਾਡੇ ਤੇ ਲਾਇਆ ਵੀ ਜਦੋਂ ਦੂਜੀ ਪਟੀਸ਼ਨ ਦੇ ਤਹਿਤ ਪੋਸਟਮਾਰਟਮ ਹੋ ਜਾਂਦਾ ਹੈ, ਉਸ ਤੋਂ ਬਾਅਦ ਵਕੀਲ ਸਾਹਿਬ ਮੀਡੀਆ ਦੇ ਸਾਹਮਣੇ ਆਉਂਦੇ ਨੇ, ਊਟ ਪਟਾਂਗ ਬਿਆਨ ਦਿੰਦੇ ਨੇ ਇਸ ਮਾਮਲੇ ਨੂੰ ਲੈ ਕੇ। ਜਦੋਂ ਤੁਸੀਂ ਪੱਤਰਕਾਰ ਪੁੱਛਦੇ ਹੋ, ਮੈਂ ਮੂੰਹ ਲਗਾ ਕੇ ਥੋੜਾ ਚਲੇ ਜਾਵਾਂਗਾ ਕੋਰਟ 'ਚ ਕੀ ਹੋਇਆ। ਜੋ ਹੋਇਆ ਮੈਂ ਉਹ ਦੱਸਿਆ। ਕਲੈਸ਼ ਹੋ ਰਿਹਾ, ਇਸ ਦਾ ਪਿੱਛੇ ਕਾਰਨ ਕੀ ਹੈ? ਕੋਈ ਕਮਿਊਨੀਕੇਸ਼ਨ ਗੈਪ ਰਿਹਾ ਜਾਂ ਕੁਝ ਤੁਹਾਡੇ ਵੱਲੋਂ ਕੋਈ ਜਾਣਕਾਰੀ ਪਰਿਵਾਰ ਨੂੰ ਨਹੀਂ ਦਿੱਤੀ ਗਈ, ਜਾਂ ਪਰਿਵਾਰ ਤੁਹਾਨੂੰ ਕੁਝ ਕਹਿਣਾ ਚਾਹੁੰਦਾ ਸੀ ਤੁਸੀਂ ਨਹੀਂ ਸੁਣਿਆ ਵੀ ਇਹ ਇੱਕਦਮ ਸੰਸਕਾਰ ਤੋਂ ਪਹਿਲਾਂ ਇਹ ਬਵਾਲ ਕਿਉਂ ਮਚ ਜਾਂਦਾ? ਤੁਸੀਂ ਪਹਿਲੀ ਪਟੀਸ਼ਨ ਪਾਉਂਦੇ ਹੋ, ਤੁਸੀਂ ਉਹਨਾਂ ਦੇ ਫਾਦਰ ਸਾਹਿਬ ਨੂੰ ਭੇਜਦੇ ਹੋ, ਦੂਜੀ ਪਟੀਸ਼ਨ ਵੀ ਤੁਸੀਂ ਉਹਨਾਂ ਦੇ ਫਾਦਰ ਸਾਹਿਬ ਨੂੰ ਭੇਜੀ ਵੀ, ਉਸ ਤੋਂ ਬਾਅਦ ਉਹਨਾਂ ਦੇ ਫਾਦਰ ਸਾਹਿਬ ਦਾ ਕੀ ਰਿਐਕਸ਼ਨ ਸੀ? 13 ਮੁੰਡੇ ਤੇ ਕੇਸ ਹੈਗੇ ਨੇ, ਜਿਹੜਾ ਜੇਲ੍ਹ 'ਚ ਬੈਠਿਆ ਹੈ, ਇਹਨਾਂ ਤੇ ਆਪ ਦੇ ਮੁਕੱਦਮੇ ਨੇ। मैं कोई नवा मुकदमा पा के डेफर्मेशन का मैं कोई हरास नहीं करना चाहता। बाई चांस हुण उन्होंने फादर साहब का तुहानूं कॉल आंदा, तो तुसीं इस केस नूं दोबारा लड़ोगे कि वो जिस तरह कह रहे हैं भी इसकी जांच होनी चाहिए है? मान और भाई ध्यान सिंह मन को कराई सी, मैं तो कोई सिफारिश लैके इन्हां दे घरे गया नहीं कि मैनूं केस दिओ, मैं तुहाडा केस पाउणा जरूरी हैगा। तुसीं इस केस दे विच जे वो तुहाडे तक पहुँच करदे हैं, तुसीं इह केस नूं दोबारा कंटिन्यू करोगे जां नहीं? ड्रग्स ਜਿਹੜੀ ਪੰਜਾਬ 'ਚ ਗੈਂਗ ਕਲਚਰ ਹੈ, ਗੈਂਗ ਵਾਰਸ ਦੇ ਵਿੱਚ ਬੰਦੇ ਮਾਰਨਾ, ਇਹਦੇ ਅਸੀਂ ਹੱਕ 'ਚ ਨਹੀਂ ਹੈ। ਜੈਪਾਲ ਭੁੱਲਰ ਦੀ ਦੂਜੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਉਹਨਾਂ ਦੇ ਪਿਤਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ, ਜਿਸ ਦੇ ਵਿੱਚ ਉਹ ਸਰਕਾਰ ਦੇ ਉੱਤੇ ਇਲਜ਼ਾਮ ਲਗਾਉਂਦੇ ਨੇ ਕਿ ਸਰਕਾਰ ਦੇ ਦਬਾਅ ਦੇ ਵਿੱਚ ਰਿਪੋਰਟ ਤਿਆਰ ਕੀਤੀ ਗਈ ਹੈ, ਤਾਂ ਉਹਨਾਂ ਦੇ ਵੱਲੋਂ ਆਪਣੇ ਹੀ ਵਕੀਲ ਨੂੰ ਵੀ ਸਵਾਲਾਂ ਦੇ ਕਟਹਿਰੇ ਦੇ ਵਿੱਚ ਖੜਾ ਕਰ ਦਿੱਤਾ ਜਾਂਦਾ ਹੈ। ਪ੍ਰੈਸ ਕਾਨਫਰੰਸ ਦੇ ਦਰਮਿਆਨ ਜੈਪਾਲ ਭੁੱਲਰ ਦੇ ਪਿਤਾ ਹੋਰੀ ਇਲਜ਼ਾਮ ਲਗਾਉਂਦੇ ਨੇ ਐਡਵੋਕੇਟ ਸਿਮਰਨਜੀਤ ਸਿੰਘ ਤੇ ਕਿ ਆਖਿਰਕਾਰ ਉਹਨਾਂ ਨੇ ਸਿਰਫ ਤੇ ਸਿਰਫ ਇੱਕ ਪੇਜ ਦੀ ਹੀ ਪਟੀਸ਼ਨ ਦਾਇਰ ਕੀਤੀ ਸੀ, ਜਿਸ ਤੋਂ ਬਾਅਦ ਕਈ ਤਰ੍ਹਾਂ ਦੇ ਹੋਰ ਵੀ ਇਲਜ਼ਾਮ ਉਹਨਾਂ ਤੇ ਲਗਾਏ ਜਾਂਦੇ ਨੇ ਕਿ ਸਾਨੂੰ ਬੁਲਾਇਆ ਜਾਂਦਾ ਹੈ 9:30-10 ਵਜੇ ਦੇ ਕਰੀਬ, ਪਰ ਖੁਦ ਉਹ ਕੋਰਟ ਦੇ ਵਿੱਚ ਜੋ ਹੈ 11:30 ਤੋਂ ਬਾਅਦ ਪਹੁੰਚਦੇ ਨੇ। ਤਾਂ ਇਹਨਾਂ तमाम ਇਲਜ਼ਾਮਾਂ ਨੂੰ ਲੈ ਕੇ ਸਾਡੇ ਨਾਲ ਐਡਵੋਕੇਟ ਸਿਮਰਨਜੀਤ ਸਿੰਘ ਜੁੜੇ ਨੇ, ਉਹਨਾਂ ਤੋਂ ਜਾਣਦੇ ਹਾਂ ਕਿ ਆਖਿਰਕਾਰ ਜੈਪਾਲ ਭੁੱਲਰ ਦੇ ਦੂਜੀ ਵਾਰ ਪੋਸਟਮਾਰਟਮ ਹੋਣ ਦੀ ਆਗਿਆ ਵੀ ਅਦਾਲਤ ਦੇ ਵੱਲੋਂ ਮਿਲ ਗਈ ਸੀ, ਪਰ ਇਹ ਸਭ ਦੇ ਬਾਵਜੂਦ ਹੁਣ ਉਹਨਾਂ ਦੇ ਵੱਲੋਂ ਜੋ ਪਿਤਾ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਉਹਨਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ? ਜੀ ਵਕੀਲ ਸਾਹਿਬ, ਅੱਜ ਜੋ ਬੀਤੇ ਕੱਲ੍ਹ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਕਾਫੀ ਗੰਭੀਰ ਇਲਜ਼ਾਮ ਤੁਹਾਡੇ ਤੇ ਲਗਾਏ ਨੇ, ਯਾਨੀ ਕਿ ਤੁਹਾਡੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰ ਦਿੱਤੇ ਨੇ। ਉਹਨਾਂ ਇਲਜ਼ਾਮਾਂ ਬਾਰੇ ਤੁਹਾਡਾ ਕੀ ਕਹਿਣਾ ਵੀ ਇਹ ਸਾਰਾ ਸਿਲਸਿਲਾ ਸ਼ੁਰੂ ਕਿੱਥੋਂ ਹੋਇਆ? ਦੇਖੋ, ਮੈਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਜਿਹੜੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰੈਜ਼ੀਡੈਂਟ ਹੈਗੇ ਨੇ, ਔਰ ਇੱਕ ਐਕਸ ਮੈਂਬਰ ਪਾਰਲੀਮੈਂਟ ਭਾਈ ਧਿਆਨ ਸਿੰਘ ਮਾਨ ਜਿਹੜੇ ਹੁਣ ਸਰਬੱਤ ਖਾਲਸੇ ਦੇ ਕਾਰਜਕਾਰੀ ਜਥੇਦਾਰ ਨੇ, ਉਹਨਾਂ ਨੇ ਰਾਹੀਂ ਇਸ ਭੁਪਿੰਦਰ ਸਿੰਘ ਨੇ ਮੈਨੂੰ ਅਪਰੋਚ ਕੀਤਾ ਹੈ ਕਿ ਮੇਰੇ ਮੁੰਡੇ ਦਾ ਇਵੇਂ ਇਨਕਾਊਂਟਰ ਹੋ ਗਿਆ ਹੈ, ਉਹਦਾ ਅਸੀਂ ਸੈਕਿੰਡ ਪੋਸਟਮਾਰਟਮ ਕਰਾਉਣਾ ਚਾਹੁੰਦੇ ਹਾਂ। ਕਿਉਂਕਿ ਮੰਡ ਸਾਹਿਬ ਵੀ ਐਕਸ ਮੈਂਬਰ ਪਾਰਲੀਮੈਂਟ ਨੇ, ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਐਕਸ ਮੈਂਬਰ ਪਾਰਲੀਮੈਂਟ ਨੇ, ਤੇ ਅਸੀਂ ਮਹਿਸੂਸ ਕਰਦੇ ਹਾਂ ਵੀ ਬਹੁਤ ਰਿਸਪੈਕਟੇਬਲ ਬੰਦੇ ਨੇ। ਅਸੀਂ ਲੰਬੇ ਸਮੇਂ ਤੋਂ ਕਈ ਹਿਊਮਨ ਰਾਈਟਸ ਦੇ ਇਸ਼ੂਜ਼ 'ਤੇ ਜੁਆਇੰਟਲੀ ਕੰਮ ਕਰ ਰਹੇ ਹਾਂ। ਸੋ ਉਹਨਾਂ ਨੂੰ ਮੈਂ ਕਿਹਾ ਸੀ ਕੋਈ ਇਸ਼ੂ ਨਹੀਂ ਹੈਗਾ। ਇਹਨਾਂ ਨੇ ਮੇਰੇ ਨਾਲ ਟੈਲੀਫੋਨ 'ਤੇ ਗੱਲ ਕੀਤੀ। ਇਹ ਸੰਡੇ ਦੀ 13 ਤਰੀਕ ਦੀ ਗੱਲ ਹੈ। ਮੈਂ ਇਮੀਡੀਏਟਲੀ, ਕਿਉਂਕਿ ਕੋਰਟਸ ਬੰਦ ਸੀ, ਮੈਂ ਇੱਕ ਆਪਣੇ ਹਾਈ ਕੋਰਟ ਦੇ ਚੀਫ ਜਸਟਿਸ ਨੂੰ, ਇੱਕ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਈਮੇਲ ਭੇਜੀ ਹੈ। ਉਹ ਸਾਰੀ ਇਹਦੇ ਵਿੱਚ ਮੈਂਸ਼ਨ ਹੈਗੀ ਹੈ ਜੀ। ਉਹਦੇ 'ਚ ਬੜਾ ਡਿਟੇਲਡ ਅਸੀਂ ਦੱਸਿਆ ਹੈ ਕਿ
ਆਰਟੀਕਲ 21 ਦੀ ਵਾਇਓਲੇਸ਼ਨ ਹੈ, 20 ਦੀ ਵਾਇਓਲੇਸ਼ਨ ਹੈਗੀ ਹੈ। ਔਰ ਇਹ ਦੇਸ਼ ਦੀ ਗਾਈਡਿੰਗ ਸਪਿਰਿਟ ਜਿਹੜੀ ਹੈ ਮਹਾਤਮਾ ਗਾਂਧੀ ਦਾ ਜਿਹੜਾ ਨਾਨ ਵਾਇਓਲੈਂਸ ਥਿਊਰੀ ਹੈਗੀ ਹੈ, ਆਈ ਫਾਰ ਆਈ ਸਾਡਾ ਨਹੀਂ ਹੈਗਾ। ਸੋ ਇਹਦਾ ਕੋਰਟਸ ਬੰਦ ਨੇ, ਕੋਰਟ ਨੂੰ ਚਾਹੀਦਾ ਇਮੀਡੀਏਟ ਸੋ ਮੋਟੋ ਲੈ ਲਓ। ਜਦੋਂ ਸੋ ਮੋਟੋ ਨਹੀਂ ਹੋਇਆ, ਇਹ 15 ਤਰੀਕ ਨੂੰ ਮੇਰੇ ਕੋਲ ਇੱਥੇ ਆਏ ਨੇ ਹਾਈ ਕੋਰਟ, ਹੈ ਨਾ। ਮੈਂ ਪਟੀਸ਼ਨ ਡਰਾਫਟ ਕਰਾਈ ਹੈ, ਇਹਨਾਂ ਨੂੰ ਪੜ੍ਹਾਈ ਹੈ। ਆਹ ਦੇਖੋ ਇਹਨਾਂ ਦੀ ਸਾਈਨ ਪਟੀਸ਼ਨ ਹੈਗੀ ਹੈ ਨਾ। ਇਹ ਇੰਸਪੈਕਟਰ ਰਿਟਾਇਰਡ ਪੜ੍ਹੇ ਲਿਖੇ ਨੇ, ਅੱਗੇ ਵੀ ਕਈ ਕੇਸ ਭੁਗਤ ਰਹੇ ਨੇ, ਇਹਨਾਂ ਦੇ ਸਾਈਨ ਨੇ, ਇਹਨਾਂ ਨੇ ਸਾਰਾ ਕੁਝ ਪੜ੍ਹਿਆ ਹੈ। ਉਸ ਤੋਂ ਬਾਅਦ ਇਹਨਾਂ ਨੇ ਮੈਨੂੰ 3 ਇਸ਼ੂਜ਼ ਕਹੇ ਸੀ। ਇੱਕ ਇਸ਼ੂ ਤਾਂ ਕਹਿੰਦੇ ਸੀ ਵੀ ਫਸਟ ਇਸ਼ੂ ਇਹਨਾਂ ਨੇ ਟੱਚ ਕੀਤਾ ਹੈ ਕਿ ਕੰਪਨਸੇਸ਼ਨ, ਉਹ ਮੈਂ ਇਹਨਾਂ ਨੂੰ ਦੱਸਿਆ ਕਿ ਹਾਈ ਕੋਰਟ ਦੇ ਕੰਪੈਰੇਟਿਵਲੀ ਟ੍ਰਾਇਲ ਕੋਰਟ ਕੋਲ, ਸਿਵਲ ਕੋਰਟ ਕੋਲ ਵਾਈਡ ਪਾਵਰਸ ਨੇ, ਇਸ ਸਟੇਜ ਤੇ ਉਹਨੂੰ ਟੱਚ ਨਹੀਂ ਕਰਾਂਗੇ। ਸੈਕੰਡ ਇਸ਼ੂ ਸੀ ਕਿ ਇਹਦੀ ਫਰਦਰ ਇਨਵੈਸਟੀਗੇਸ਼ਨ, ਮੈਂ ਕਿਹਾ ਜੀ ਉਹ ਕਲਕੱਤਾ ਦਾ ਜੁਰਿਸਡਿਕਸ਼ਨ ਹੈਗਾ, ਆਪਾਂ ਕੋਰਟ ਦੇ ਵਿੱਚ ਉਲਝ ਜਾਵਾਂਗੇ। ਮੈਂ ਪ੍ਰੀਸਾਈਜ਼ ਤੇ ਬਿਲਕੁਲ ਛੋਟੀ ਪਟੀਸ਼ਨ ਡਰਾਫਟ ਕੀਤੀ ਹੈ ਕਿ ਸੈਕੰਡ ਪੋਸਟਮਾਰਟਮ, ਨਥਿੰਗ ਬਿਯੋਂਡ ਦੈਟ। ਉਹਦੇ 'ਚ ਅਸੀਂ ਕਾਮਯਾਬ ਰਹੇ ਹਾਂ। ਪਹਿਲੇ ਹਾਈ ਕੋਰਟ ਨੇ ਸਾਡੀ ਪਲੀ ਡਿਸਮਿਸ ਕੀਤੀ ਸੀ, ਫਿਰ ਸੁਪਰੀਮ ਕੋਰਟ ਨੇ ਰਿਮਾਂਡ ਕੀਤਾ ਕਿ ਇਸੇ ਪਟੀਸ਼ਨ ਨੂੰ, ਇਸ ਹਾਈ ਕੋਰਟ ਨੂੰ ਸੁਣੋ। ਜਿਹੜੀ ਇਹ ਸਰਦਾਰ ਸਾਹਿਬ ਕਹਿੰਦੇ ਨੇ 1 ਪੇਜ ਦੀ ਪਟੀਸ਼ਨ ਹੈ, ਉਸੇ ਪਟੀਸ਼ਨ ਤੇ ਆਰਡਰ ਹੁੰਦਾ ਹੈ। ਫਿਰ ਇਸ ਕੇਸ ਦੇ ਵਿੱਚ ਮੈਂ ਤੁਹਾਨੂੰ ਹੋਰ ਵੀ ਦੱਸ ਦਿੰਦਾ ਕਿ ਮੈਂ ਇਕੱਲੇ ਨੇ ਨਹੀਂ ਕੀਤਾ ਹੈਗਾ। ਇੱਕ ਸਾਡੇ ਮਿਸ ਰੰਧਾਵਾ ਇੱਥੇ ਹਾਈ ਕੋਰਟ ਦੇ ਲਾਇਰ ਨੇ, ਉਹਨਾਂ ਨੇ ਮੈਂ ਕਾਲ ਰਿਸੀਵ ਕੀਤੀ, ਮੈਨੂੰ ਕਹਿੰਦੇ ਨੇ ਕਿ ਮੈਂ ਆਈ ਵਾਜ਼ ਵੈਰੀ ਕਲੋਜ਼ ਟੂ ਜੈਪਾਲ, ਸੋ ਅਸੀਂ ਇਸ 'ਚ ਪੇਸ਼ ਹੋਣਾ ਚਾਹੁੰਦੇ ਹਾਂ। ਮੇਰੇ ਫਾਦਰ ਵੀ, ਉਹਨਾਂ ਦੇ ਫਾਦਰ ਸੀਨੀਅਰ ਵਕੀਲ ਨੇ ਅੰਮ੍ਰਿਤਸਰ ਟ੍ਰਾਇਲ ਕੋਰਟ 'ਤੇ। ਸੋ ਮੈਂ ਇਹਨਾਂ ਦੇ ਫਾਦਰ ਦੇ ਨੋਟਿਸ ਲਿਆ ਕੇ ਉਹਨਾਂ ਨੂੰ ਵੀ ਅਲਾਉ ਕੀਤਾ। ਸੋ ਇਹ ਜਿਹੜਾ 1 ਪੇਜ ਬਾਰ-ਬਾਰ ਮਿਸਲੀਡ ਕਰ ਰਹੇ ਨੇ, ਇਹ ਪਟੀਸ਼ਨ ਹੈ। ਇਹ ਦੇਖੋ, ਮੈਂ ਇਹਨਾਂ ਨੂੰ WhatsApp ਮੈਸੇਜ ਰਾਹੀਂ ਉਸੇ ਦਿਨ ਹੀ ਕਲੀਅਰ ਕਰਤਾ ਸੀ ਕਿ ਮੈਂ ਪਹਿਲੇ ਇਕੱਲੀ ਸੈਕਿੰਡ ਪੋਸਟਮਾਰਟਮ ਦੀ ਪਟੀਸ਼ਨ ਪਾਵਾਂਗਾ, ਕਿਉਂਕਿ ਜਿਹੜਾ CBI ਇਨਵੈਸਟੀਗੇਸ਼ਨ ਹੈ ਉਹ ਸਾਰਾ ਇਨਕਾਊਂਟਰ ਕਲਕੱਤੇ ਹੋਇਆ, ਉਹ ਲੇਟਰ ਸਟੇਜ ਤੇ ਦੇਖਾਂਗੇ। ਸੈਕਿੰਡ ਪਟੀਸ਼ਨ 'ਚ ਜੁਰਿਸਡਿਕਸ਼ਨ ਦਾ ਇਸ਼ੂ ਆ ਜਾਏਗਾ। ਸੋ ਇਹ 13 ਤੋਂ 23 ਤੱਕ ਮੈਂ ਇੰਗੇਜਡ ਰਿਹਾ ਹਾਂ। ਜਿਸ ਦਿਨ ਤੱਕ ਆਰਡਰ ਹੁੰਦਾ 21 ਤਰੀਕ ਨੂੰ, ਇਹ ਮੇਰੇ ਖਿਲਾਫ ਨਹੀਂ ਬੋਲਦੇ, ਹੈ ਨਾ, ਮੇਰੇ ਨਾਲ ਸ਼ਾਮ ਤੱਕ ਇਨ ਟੱਚ ਰਹਿੰਦੇ ਨੇ। ਆਲ ਆਫ ਸਡਨ 23 ਨੂੰ, ਜਦੋਂ ਕਿ ਬੜਾ ਸੈਂਸਿਟਿਵ ਮਾਹੌਲ ਹੈ, ਜਦੋਂ ਤੁਸੀਂ ਮੁੰਡੇ ਨੂੰ ਆਖਰੀ ਰਸਮਾਂ ਪੂਰੀਆਂ ਕਰਨੀਆਂ ਨੇ, ਅੱਗ ਲਾਣੀ ਹੈਗੀ ਹੈ, ਤੇ ਤੁਸੀਂ ਮੇਰੇ ਤੇ ਐਲੀਗੇਸ਼ਨਸ ਲਾਉਣੇ ਸ਼ੁਰੂ ਕਰਤੇ ਹੈ। ਸੋ ਮੈਂ ਇੱਕ ਕ੍ਰੈਡੀਬਿਲਿਟੀ ਵੀ ਤੁਹਾਨੂੰ ਦੱਸਣਾ ਚਾਹੁੰਦਾ, ਜਿਹੜੀ ਮੇਰੀ ਇਹ ਚੈਲੰਜ ਕਰ ਰਹੇ ਨੇ, ਕਿ 2012 'ਚ ਜਦੋਂ ਇੱਥੇ ਸਮੇਤ ਸੈਣੀ DGP ਪੰਜਾਬ ਲੱਗਿਆ ਸੀ, ਤਾਂ ਮੈਂ ਉਹਦੀ ਅਪਾਇੰਟਮੈਂਟ ਚੈਲੰਜ ਕੀਤੀ ਸੀ। ਉਦੋਂ ਵੀ ਚੀਫ ਸਾਹਿਬ ਨੇ ਕਿਹਾ ਸੀ ਕਿ ਵਕੀਲ ਸਾਹਿਬ ਤੁਸੀਂ ਆਪਦੇ ਕ੍ਰੈਡੈਂਸ਼ੀਅਲਸ ਦੱਸੋ। ਮੈਂ 90 ਪੇਜਸ ਦੇ ਕ੍ਰੈਡੈਂਸ਼ੀਅਲ ਇਸ ਹਾਈ ਕੋਰਟ 'ਚ ਦਿੱਤੇ ਨੇ ਕਿ ਮੈਂ ਐਜ ਏ ਸਟੂਡੈਂਟ 99 'ਚ ਪਹਿਲਾ ਕੇਸ ਮਨੁੱਖੀ ਅਧਿਕਾਰਾਂ ਦਾ ਕੀਤਾ ਹੈ, ਅਤੇ ਮੇਰੀ ਰੇਟ ਉੱਪਰ ਇੱਕ DIG ਵੀ ਕਨਵਿਕਟ ਹੋਇਆ ਹੈ। ਮੇਰੀ ਰੇਟ ਉੱਪਰ ਕਈ ਪੁਲਿਸ ਅਫਸਰ ਵੀ ਆਏ ਨੇ, ਔਰ ਨੰਬਰ ਆਫ ਕੇਸਿਸ 'ਚ ਆਪਾਂ ਰਿਲੀਫ ਦਵਾਈ ਹੈ। ਪਹਿਲਾ ਕੇਸ ਨਹੀਂ ਹੈਗਾ। ਇਸ ਫੈਮਿਲੀ ਕੋਲੇ ਮੈਂ ਫ੍ਰੀ ਸਪੋਰਟ ਕੀਤੀ ਹੈ, ਪ੍ਰੋ ਬੋਨੋ ਸਪੋਰਟ ਕੀਤੀ ਹੈ, ਮੈਂ ਪੈਸਾ ਨਹੀਂ ਲਿਆ, ਜਿਵੇਂ ਮੈਂ ਅਦਰ ਕੇਸਿਸ ਵਿੱਚ ਵੀ ਕਰਦਾ। ਸੋ ਮੈਂ ਮਹਿਸੂਸ ਕਰਦਾ ਜਿਹੜਾ ਪੰਜਾਬ ਪੁਲਿਸ ਦੀ ਪਾਲਿਸੀ ਹੈ, ਪੰਜਾਬ ਪੁਲਿਸ ਵੀ ਕਹਿੰਦੀ ਹੈ ਵੀ ਜਿਹੜੇ ਬੰਦੇ ਮਨੁੱਖੀ ਅਧਿਕਾਰਾਂ ਦਾ ਕੰਮ ਕਰਦੇ ਨੇ ਉਹ ਡਿਸਕੁਆਲੀਫਾਈਡ ਲੋਕ ਨੇ, ਹੈ ਨਾ। ਸੋ ਇਹ ਸਰਦਾਰ ਸਾਹਿਬ ਵੀ ਕਿਉਂਕਿ ਇਸੇ ਮਸ਼ੀਨਰੀ ਦਾ ਹਿੱਸਾ ਰਹੇ ਨੇ, ਲੰਬਾ ਸਮਾਂ ਇਹ 'ਚ ਨੌਕਰੀ ਕੀਤੀ ਹੈ, ਇਹਨਾਂ ਦੀ ਅਪਰੋਚ ਵੀ ਸੇਮ ਰਿਫਲੈਕਟ ਹੋ ਰਹੀ ਹੈ ਇਹਨਾਂ ਦੀ ਗੱਲ ਤੋਂ। ਮਤਲਬ ਇਹਨਾਂ ਦੀ ਨਜ਼ਰ 'ਚ ਕਤਲ ਕਰਨਾ ਹੈ, ਡਰੱਗਸ, ਹੈ ਨਾ, ਡਕੈਤੀ ਕਰਨਾ ਹੈ ਵਾਲਾ ਬੰਦਾ ਕੁਆਲੀਫਾਈਡ ਹੈਗਾ, ਜਿਹੜਾ ਮਨੁੱਖੀ ਅਧਿਕਾਰਾਂ ਦਾ ਬੰਦਾ ਕੰਮ ਕਰਦਾ ਉਹ ਕੁਆਲੀਫਾਈਡ ਨਹੀਂ ਹੈ। ਸੋ ਅਸੀਂ ਇਹਨਾਂ ਦੇ ਐਲੀਗੇਸ਼ਨਸ ਦਾ ਸਾਰਾ ਜਵਾਬ ਦੇ ਦਿੱਤਾ ਹੈ, 1 ਬਾਏ 1 ਹਰ ਚੀਜ਼ ਦਿਖਾਤੀ ਹੈ ਕਿ ਪਟੀਸ਼ਨ ਪੜ੍ਹ ਕੇ ਸਾਈਨ ਕੀਤੀ ਹੈ। ਪਟੀਸ਼ਨ ਤੋਂ ਪਹਿਲੇ ਚੀਫ ਜਸਟਿਸ ਨੂੰ ਜਿਹੜੀ ਈਮੇਲ ਭੇਜੀ ਹੈ ਉਹ ਵੀ ਮੈਂ ਇਹਨਾਂ ਨੂੰ WhatsApp ਰਾਹੀਂ ਭੇਜ ਦਿੱਤੀ ਸੀ, ਜਿਹੜੀ ਇਹਨਾਂ ਨੇ ਪੜ੍ਹ ਲਈ ਸੀ। ਆਹ ਦੇਖੋ, ਹਰ ਚੀਜ਼ ਇਹਨਾਂ ਨੂੰ ਮੈਂ ਅਪਡੇਟ ਕਰਦਾ ਰਿਹਾ। ਔਰ ਜਿਹੜੀ ਰਿਲੀਫ ਕਹਿੰਦੇ ਨੇ ਉਹ ਇਸੀ 1 ਪੇਜ ਤੇ ਹਾਈ ਕੋਰਟ ਨੇ ਸੈਕਿੰਡ ਪੋਸਟਮਾਰਟਮ ਕੀਤਾ ਹੈ, ਜਿਹਨੂੰ 1 ਪੇਜ ਬਾਰ-ਬਾਰ ਕਹਿੰਦੇ ਨੇ। ਤੁਸੀਂ ਮੇਰੇ ਕੋਲ ਸੈਕਿੰਡ ਪੋਸਟਮਾਰਟਮ ਲਈ ਆਏ ਸੀ, ਉਹ ਮੈਂ ਅਲਾਉ ਕਰਾ ਦਿੱਤਾ ਹੈ। ਲੜਾਈ ਤੁਹਾਡੀ ਸਰਕਾਰ ਨਾਲ ਹੈ, ਲੜਾਈ ਤੁਹਾਡੀ ਪੁਲਿਸ ਨਾਲ ਹੈ, ਤੁਸੀਂ ਮੇਰੇ ਖਿਲਾਫ ਕਿਉਂ ਇਸ ਕਿਸਮ ਦਾ ਚਿੱਕੜ ਸੁੱਟ ਰਹੇ ਹੋ? ਵਕੀਲ ਸਾਹਿਬ, ਉਹ ਇਹ ਵੀ ਐਲੀਗੇਸ਼ਨ ਤੁਹਾਡੇ ਤੇ ਲਾਉਂਦੇ ਨੇ ਵੀ ਜਦੋਂ ਪਟੀਸ਼ਨ ਦਾਇਰ ਕਰਨੀ ਸੀ, ਉਹਨਾਂ ਨੇ ਤੁਹਾਡੇ ਨਾਲ ਫੋਨ ਤੇ ਗੱਲ ਕੀਤੀ, ਤੁਹਾਨੂੰ ਪੁੱਛਿਆ ਵੀ ਪਟੀਸ਼ਨ ਦਾਇਰ ਕਰ ਦਿੱਤੀ ਹੈ, ਤਾਂ ਅੱਗਿਓਂ ਸਿਮਰਨਜੀਤ ਜੀ ਜਵਾਬ ਦਿੰਦੇ ਨੇ ਕਿ ਮੈਂ ਖੁਦ ਡਿਪਰੈਸ਼ਨ ਦੇ ਵਿੱਚ ਸੀ, ਮੈਂ 1-2 ਦਿਨ ਦੇ ਵਿੱਚ ਕਰ ਦੇਵਾਂਗਾ। ਇਦਾਂ ਦਾ ਉਹਨਾਂ ਨੇ ਤੁਹਾਡੇ ਤੇ ਇਲਜ਼ਾਮ ਲਗਾਇਆ। ਇਹ ਤਾਂ ਮੇਰੇ ਕੋਲ ਸੰਡੇ ਸ਼ਾਮ ਨੂੰ ਅਪਰੋਚ ਕੀਤਾ ਹੈ, ਸੰਡੇ ਨੂੰ ਛੁੱਟੀ ਸੀ, ਸੰਡੇ ਨੂੰ ਆ ਦੇਖੋ ਮੈਂ ਈਮੇਲਸ ਭੇਜ ਦਿੱਤੀਆਂ ਨੇ। ਮੈਨੂੰ ਡਿਪਰੈਸ਼ਨ ਕਾਹਦੀ ਹੋਣੀ ਹੈ? ਮੇਰਾ ਮੁੰਡਾ ਥੋੜਾ ਕਤਲ ਹੋਇਆ ਹੈ ਨਾ। ਚਾਹੇ ਮੇਰੇ ਤੇ ਕੋਈ ਐਲੀਗੇਸ਼ਨ ਥੋੜਾ ਡਰੱਗਸ ਦੇ ਲੱਗੇ ਨੇ ਕਿ ਮੈਨੂੰ ਡਿਪਰੈਸ਼ਨ ਆਣੀ ਹੈ,
ਡਿਪਰੈਸ ਉਹ ਬੰਦਾ ਹੈਗਾ ਜਿਹਦਾ ਕੋਈ ਘਰੇ ਕਤਲ ਹੋਇਆ, ਜਿਹਦੇ ਤੇ ਡਰੱਗਸ ਦੇ ਐਲੀਗੇਸ਼ਨ ਲੱਗ ਰਹੇ ਨੇ। ਆਹ ਦੇਖੋ, ਸੇਮ ਡੇ ਮੈਂ ਈਮੇਲ ਭੇਜ ਦਿੱਤੀ ਹੈ ਹਾਈ ਕੋਰਟ ਸੁਪਰੀਮ ਕੋਰਟ ਨੂੰ, ਮੈਂ ਇਹਦੇ ਪ੍ਰੂਫ ਹੀ ਦੇ ਦੇਣਾ। ਮੰਡੇ ਛੁੱਟੀ ਸੀ, ਟਿਊਜ਼ਡੇ ਮੈਂ ਇਹ ਮੇਰੇ ਕੋਲ ਇੱਥੇ 10 10:30 ਆਏ ਨੇ। ਮੈਂ ਕੇਸ ਡਰਾਫਟ ਇਹਨਾਂ ਨੂੰ ਕਿਹਾ ਸੀ ਮੈਂ ਡਰਾਫਟ ਕਰਾ ਰਿਹਾ, ਤੁਸੀਂ ਬੈਠੋ। ਅਸੀਂ ਉਸ ਤੋਂ ਬਾਅਦ ਸਾਡੀ ਪ੍ਰਾਇੋਰਟੀ ਸੀ, ਮੇਰਾ ਉਸ ਦਿਨ ਕਲਰਕ ਨਹੀਂ ਆਇਆ ਕਿ 12 ਵਜੇ ਤੋਂ ਪਹਿਲੇ ਕੇਸ ਫਾਈਲ ਕਰਕੇ ਪਾਸ ਕਰਾ ਕੇ ਫਿਰ ਮੈਂ ਤੁਹਾਡੇ ਕੋਲ ਆਉਣਾ। ਸੋ ਮੈਂ ਉਸ ਇਨ ਦਾ ਮੇਨ ਟਾਈਮ ਕੇਸ ਡਰਾਫਟ ਕੀਤਾ, ਉਹਨੂੰ ਪਾਸ ਕਰਾਇਆ, ਫਿਰ ਇਹਨਾਂ ਕੋਲ ਮੈਂ ਆ ਗਿਆ। ਉਸ ਤੋਂ ਬਾਅਦ ਇੱਥੇ ਮੀਡੀਆ 'ਚ ਵੀ ਤੁਹਾਡੇ ਕੋਲ ਆਏ ਨੇ ਮੇਰੇ ਨਾਲ। ਬਿਲਕੁਲ, ਉਹ ਇਹ ਵੀ ਤੁਹਾਡੇ ਤੇ ਇਲਜ਼ਾਮ ਲਾਉਂਦੇ ਨੇ ਵੀ ਸਾਨੂੰ ਕੋਰਟ ਦੇ ਵਿੱਚ ਇਹਨਾਂ ਨੇ 10 10:30 ਦੇ ਕਰੀਬ ਬੁਲਾ ਲਿਆ ਤੇ ਖੁਦ ਇਹ ਪਹੁੰਚਦੇ ਨੇ 11:30 ਤੋਂ ਬਾਅਦ। ਦੇਖੋ, ਮੈਂ ਤੇ ਆ ਕੇ ਪਹਿਲੇ ਇਹਨਾਂ ਨੂੰ ਮਿਲਿਆ ਹੈ, ਫਿਰ ਇਹਨਾਂ ਨੂੰ ਮੈਂ ਦੱਸਿਆ ਕਿ ਸਰ ਮੈਂ ਕੇਸ ਡਰਾਫਟ ਕਰਾ ਰਿਹਾ ਤੁਹਾਡਾ, ਮੈਨੂੰ ਥੋੜਾ ਟਾਈਮ ਲੱਗੇਗਾ। ਸਾਡੀ ਪ੍ਰਾਇੋਰਟੀ ਕੇਸ ਫਾਈਲ ਕਰਨਾ, ਉਹ ਮੈਂ ਕਰ ਦਿੱਤਾ ਔਰ ਉਸ ਦਿਨ ਪਾਸ ਵੀ ਕਰਵਾ ਦਿੱਤਾ ਹੈ। ਹੁਣ ਇਹ ਮੇਰੇ ਕੰਮ ਨਹੀਂ ਆਏ ਸੀ, ਆਪਦੇ ਕੰਮ ਆਏ ਸੀ। ਜੇ ਬੈਠੇ ਨੇ ਵੇਟ ਕਰ ਰਹੇ ਨੇ ਤਾਂ ਕੇਸ ਪਾਉਣ ਲਈ ਬੈਠੇ ਨੇ ਨਾ, ਵਕੀਲ ਨੂੰ ਡਰਾਫਟ ਕਰਨ ਦਾ ਟਾਈਮ ਵੀ ਚਾਹੀਦਾ ਹੈ। ਯਾਨੀ ਕਿ ਜਦੋਂ ਕੋਰਟ ਦੇ ਵਿੱਚ ਪਹੁੰਚੇ ਤੁਸੀਂ ਉਹਨਾਂ ਨਾਲ ਪਹਿਲਾਂ ਮਿਲ ਚੁੱਕੇ ਸੀ, ਉਸ ਤੋਂ ਬਾਅਦ ਤੁਸੀਂ ਅਗਲਾ ਪ੍ਰੋਸੈਸ ਸ਼ੁਰੂ ਕੀਤਾ? ਬਿਲਕੁਲ ਜੀ, ਮੈਂ ਇਹਨਾਂ ਨੂੰ ਬਰੀਫ ਕਰਕੇ ਇਹਨਾਂ ਨੂੰ ਫਾਈਨਲ ਦੱਸ ਕੇ ਕਿ ਮੈਂ ਸਿੰਗਲ ਪਲੀਜ਼ ਸੈਕਿੰਡ ਪੋਸਟਮਾਰਟਮ ਤੇ ਪ੍ਰੀਸਾਈਜ਼ ਪਟੀਸ਼ਨ ਫਾਈਲ ਕਰਨ ਜਾ ਰਿਹਾ, ਮੈਂ ਇਸ ਤੋਂ ਬਿਯੋਂਡ ਨਹੀਂ ਜਾਣਾ ਚਾਹੁੰਦਾ। ਜਦੋਂ ਇਹਨਾਂ ਦੀ ਹਾਈ ਕੋਰਟ ਦੇ ਵੱਲੋਂ ਪਹਿਲੀ ਪਟੀਸ਼ਨ ਖਾਰਿਜ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਤੁਹਾਡੀ ਪਰਿਵਾਰ ਨਾਲ ਗੱਲ ਹੋਈ ਸੀ? ਉਸ ਸਮੇਂ ਵੀ ਕਿਸੇ ਤਰ੍ਹਾਂ ਦਾ ਕੋਈ ਕਲੈਸ਼ ਦੇਖਣ ਨੂੰ ਮਿਲਿਆ ਸੀ? ਪਰਿਵਾਰ ਨੇ ਕੁਝ ਕਿਹਾ ਸੀ ਤੁਹਾਨੂੰ? ਮੈਂ ਫੈਮਿਲੀ ਨੂੰ ਕਿਹਾ ਸੀ ਕਿ ਹੁਣ ਆਪਾਂ ਨੂੰ ਸੁਪਰੀਮ ਕੋਰਟ ਜਾਣਾ ਪਊਗਾ। ਸਾਡੇ ਕੋਲ ਦੋ ਇਸ਼ੂ ਸੀ ਕਿ ਕਲਕੱਤਾ ਜਾਣਾ ਕਿ ਸੁਪਰੀਮ ਕੋਰਟ ਜਾਣਾ ਹੈ। ਫੈਮਿਲੀ ਨੂੰ ਮੈਂ ਕਿਹਾ ਸੀ ਕਿ ਉਹੀ ਪ੍ਰੋਬਲਮ ਆ ਜਾਊਗੀ, ਕਲਕੱਤਾ ਹਾਈ ਕੋਰਟ ਕਹੂਗੀ ਕਿ ਪੀਜੀਆਈ ਏਮਸ ਮੇਰਾ ਜੁਰਿਸਡਿਕਸ਼ਨ ਨਹੀਂ ਹੈਗਾ ਜਿਵੇਂ ਸਾਡੀ ਹਾਈ ਕੋਰਟ ਕਹਿ ਰਹੀ ਹੈ, ਸੋ ਆਪਾਂ ਡਾਇਰੈਕਟ ਸੁਪਰੀਮ ਕੋਰਟ ਜਾਈਏ। ਉਹ ਸੁਪਰੀਮ ਕੋਰਟ ਸਾਡੇ ਕਲੀਗ ਲਾਇਰ ਸੀ ਇਸ਼ਮਾ ਰੰਧਾਵਾ, ਉਹਨਾਂ ਨੂੰ ਫਿਰ ਅਸੀਂ ਸਾਰਾ ਮੈਟਰ ਡਿਸਕਸ ਕਰਕੇ ਉਹਨਾਂ ਨੇ ਫਾਈਲ ਕਰ ਦਿੱਤਾ। ਉਹਦੇ 'ਤੇ ਸੇਮ ਡੇ ਕੇਸ ਰਿਮਾਂਡ ਹੋ ਗਿਆ ਹੈ ਨਾ। ਰਿਮਾਂਡ ਹੋਣ ਤੋਂ ਬਾਅਦ ਆ ਦੇਖੋ ਹਾਈ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਇਸੇ ਪਟੀਸ਼ਨ 'ਤੇ ਸੁਣਵਾਈ ਹੋਏਗੀ ਔਰ ਹਾਈ ਕੋਰਟ ਨੇ ਆਰਡਰ ਦੇ ਪੈਰਾ ਨੰਬਰ 10 ਵਿੱਚ ਬਹੁਤ ਸਪਸ਼ਟ ਕੀਤਾ ਹੈ ਕਿ ਅਸੀਂ ਇਕੱਲਾ ਸੈਕਿੰਡ ਪੋਸਟਮਾਰਟਮ ਨਾਲ ਹੀ ਕੰਸਰਨਡ ਹੈਗੇ ਹਾਂ। ਜਿਹੜੀਆਂ ਅਦਰ ਅਵਾਰਟਮੈਂਟਸ ਇਹਨਾਂ ਨੇ ਕੀਤੀਆਂ ਨੇ ਉਹਦੇ ਨਾਲ ਕੋਰਟ ਦਾ ਕੋਈ ਸਬੰਧ ਨਹੀਂ ਹੈਗਾ, ਉਹ ਤੁਸੀਂ ਸੈਪਰੇਟ ਰਿਟ ਫਾਈਲ ਕਰ ਸਕਦੇ ਹੋ। ਤੇ ਹੁਣ ਇਹਨਾਂ ਨੇ ਇਹ ਵੀ ਇਲਜ਼ਾਮ ਤੁਹਾਡੇ ਤੇ ਲਾਇਆ ਵੀ ਜਦੋਂ ਦੂਜੀ ਪਟੀਸ਼ਨ ਦੇ ਤਹਿਤ ਪੋਸਟਮਾਰਟਮ ਹੋ ਜਾਂਦਾ ਹੈ ਉਸ ਤੋਂ ਬਾਅਦ ਵਕੀਲ ਸਾਹਿਬ ਮੀਡੀਆ ਦੇ ਸਾਹਮਣੇ ਆਉਂਦੇ ਨੇ, ਊਟ ਪਟਾਂਗ ਬਿਆਨ ਦਿੰਦੇ ਨੇ ਇਸ ਮਾਮਲੇ ਨੂੰ ਲੈ ਕੇ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਤੇ ਤੁਸੀਂ ਸਾਰਿਆਂ ਨੇ ਲਿਆ ਹੈ, ਉਹਦੇ 'ਚ ਜੋ ਲੀਗਲ ਸਟੇਟਸ ਸੀ ਅਸੀਂ ਉਹੀ ਦੱਸਿਆ। ਕਹਿੰਦੇ ਵੀ ਕੋਰਟ ਦੀ ਜੋ ਅੰਦਰ ਦੀ ਕਾਰਵਾਈ ਹੁੰਦੀ ਹੈ ਉਹਨੂੰ ਬਾਹਰ ਨਹੀਂ ਸੀ ਦੱਸਣਾ, ਪਰ ਵਕੀਲ ਸਾਹਿਬ ਦੇ ਵੱਲੋਂ ਸਾਰੀ ਜੋ ਕੁਝ ਵੀ ਅੰਦਰ ਹੋਇਆ ਸਭ ਕੁਝ ਮੀਡੀਆ ਸਾਹਮਣੇ ਬਿਆਨ ਕੀਤਾ ਗਿਆ। ਦੇਖੋ, ਇਹ ਤੇ ਇਹਨਾਂ ਨੂੰ ਐਥਿਕਸ ਚਾਹੀਦੇ ਨੇ, ਇਹ ਕਿਉਂ ਬੋਲ ਰਹੇ ਨੇ ਰੋਜ਼? ਔਰ ਇੱਥੇ ਤੁਸੀਂ ਰੋਜ਼ ਕਵਰ ਕਰਦੇ ਹੋ, ਤੁਸੀਂ ਦੱਸੋ ਕਿ ਇਹ ਕੋਈ ਮੈਂ ਕੋਈ ਨਵੀਂ ਪ੍ਰੈਕਟਿਸ ਸ਼ੁਰੂ ਨਹੀਂ ਕੀਤੀ, ਇਹ ਪ੍ਰੈਸੀਡੈਂਟ ਹੈਗਾ ਇੱਥੇ। ਜਦੋਂ ਵਕੀਲ ਬਾਹਰੋਂ ਆਉਂਦੇ ਹੋ 1 ਨੰਬਰ ਗੇਟ ਤੇ ਖੜ ਕੇ ਤੁਸੀਂ ਕਵਰ ਕਰਦੇ ਹੋ। ਜਦੋਂ ਤੁਸੀਂ ਪੱਤਰਕਾਰ ਪੁੱਛਦੇ ਹੋ, ਮੈਂ ਮੂੰਹ ਲਗਾ ਕੇ ਥੋੜਾ ਚਲੇ ਜਾਵਾਂਗਾ ਕੋਰਟ 'ਚ ਕੀ ਹੋਇਆ ਹੈ। ਜੋ ਹੋਇਆ ਮੈਂ ਉਹ ਦੱਸਿਆ। ਇਹ ਜੋ ਕਲੈਸ਼ ਹੋ ਰਿਹਾ ਇਸ ਦਾ ਪਿੱਛੇ ਕਾਰਨ ਕੀ ਹੈ? ਕੋਈ ਕਮਿਊਨੀਕੇਸ਼ਨ ਗੈਪ ਰਿਹਾ ਜਾਂ ਕੁਝ ਤੁਹਾਡੇ ਵੱਲੋਂ ਕੋਈ ਜਾਣਕਾਰੀ ਪਰਿਵਾਰ ਨੂੰ ਨਹੀਂ ਦਿੱਤੀ ਗਈ, ਜਾਂ ਪਰਿਵਾਰ ਤੁਹਾਨੂੰ ਕੁਝ ਕਹਿਣਾ ਚਾਹੁੰਦਾ ਸੀ ਤੁਸੀਂ ਨਹੀਂ ਸੁਣਿਆ? ਵੀ ਇਹ ਇੱਕਦਮ ਸੰਸਕਾਰ ਤੋਂ ਪਹਿਲਾਂ ਇਹ ਬਵਾਲ ਕਿਉਂ ਮਚ ਜਾਂਦਾ ਹੈ? ਬਿਕੋਜ਼ ਮੈਂ ਤਾਂ 21 ਨੂੰ ਆਰਡਰ ਕਰਾ ਕੇ ਇਹਨਾਂ ਦੇ ਸੈਕਿੰਡ ਪੋਸਟਮਾਰਟਮ ਮੈਂ ਤਾਂ ਇਹਨਾਂ ਨੂੰ ਦੱਸ ਦਿੱਤਾ ਕਿ ਆਰਡਰ ਹੋ ਗਿਆ ਹੈ, ਤੁਸੀਂ ਜਾ ਕੇ ਆਪਦਾ ਕੱਲ ਪੀਜੀਆਈ ਕਰਾਉਣਾ ਹੈ, 10 ਵਜੇ ਪਹੁੰਚਣਾ ਹੈ। ਮੇਰਾ ਤਾਂ ਰੋਲ ਖਤਮ ਹੋ ਗਿਆ ਹੈ ਨਾ। ਇਹ ਵਕੀਲ ਦੀ ਕਲਾਇੰਟ ਦੇ ਵਿੱਚ ਰਿਸ਼ਤਾ ਹੈਗਾ, ਵਕੀਲ ਦੀ ਮਰਜ਼ੀ ਹੈ ਕਿ ਉਹਨੇ ਕਲਾਇੰਟ ਲਈ ਕੇਸ ਕਰਨਾ ਕਿ ਨਹੀਂ ਕਰਨਾ, ਔਰ ਕਲਾਇੰਟ ਦੀ ਮਰਜ਼ੀ ਹੈ ਕਿ ਉਹਨੇ ਕਿਹੜੇ ਕੌਂਸਲ ਨੂੰ ਇੰਗੇਜ ਕਰਨਾ ਹੈ, ਉਹਨੂੰ ਕੈਰੀ ਔਨ ਕਰਨਾ ਕਿ ਨਹੀਂ ਕਰਨਾ। ਸੋ ਮੈਨੂੰ ਨਹੀਂ ਲੱਗਦਾ ਇਸ ਕਿਸਮ ਦੀ ਕੋਈ ਨੌਬਤ ਹੋਣੀ ਚਾਹੀਦੀ ਹੈ। ਜੋ ਤੁਸੀਂ ਪਹਿਲੀ ਪਟੀਸ਼ਨ ਪਾਉਂਦੇ ਹੋ ਤੁਸੀਂ ਉਹਨਾਂ ਦੇ ਫਾਦਰ ਸਾਹਿਬ ਨੂੰ ਭੇਜਦੇ ਹੋ, ਦੂਜੀ ਪਟੀਸ਼ਨ ਵੀ ਤੁਸੀਂ ਉਹਨਾਂ ਦੇ ਫਾਦਰ ਸਾਹਿਬ ਨੂੰ ਭੇਜੀ ਵੀ, ਉਸ ਤੋਂ ਬਾਅਦ ਉਹਨਾਂ ਦੇ ਫਾਦਰ ਸਾਹਿਬ ਦਾ ਕੀ ਰਿਐਕਸ਼ਨ ਸੀ? ਕੁਛ ਨਹੀਂ ਸੀ, ਤਾਲਮੇਲ 'ਚ ਰਹੇ ਨੇ। ਯਾਨੀ ਤੁਹਾਨੂੰ ਪੂਰੀ ਸਹਿਯੋਗ ਦਿੱਤਾ ਉਹਨਾਂ ਨੇ? ਹਾਂ, ਲਾਸਟ 21 ਤੱਕ 4 ਵਜੇ ਤੱਕ ਮੈਨੂੰ ਕਾਲਸ ਕਰਦੇ ਰਹੇ ਨੇ ਜੀ। ਹੁਣ ਇਸ ਤੋਂ ਬਾਅਦ ਤੁਹਾਡਾ ਅਗਲਾ ਐਕਸ਼ਨ ਕੀ ਹੋਵੇਗਾ? ਪਰਿਵਾਰ ਖਿਲਾਫ ਕੋਈ ਐਕਸ਼ਨ ਲਿਆ ਜਾਵੇਗਾ? ਨਹੀਂ ਜੀ, ਫੈਮਿਲੀ ਆਲਰੇਡੀ ਟਰੋਮੇ ਦੇ ਵਿੱਚ ਹੈਗੀ ਹੈ। ਇੱਕ ਮੁੰਡਾ ਜੇਲ੍ਹ 'ਚ ਹੈ, ਇੱਕ ਇਨਕਾਊਂਟਰ ਹੋ ਗਿਆ ਹੈ। ਸੋ ਆਲਰੇਡੀ 12-13 ਮੁੰਡੇ ਤੇ ਕੇਸ ਹੈਗੇ ਨੇ ਜਿਹੜਾ ਜੇਲ੍ਹ 'ਚ ਬੈਠਿਆ ਹੈ, ਇਹਨਾਂ ਤੇ ਆਪ ਦੇ ਮੁਕੱਦਮੇ ਨੇ। ਮੈਂ ਕੋਈ ਨਵਾਂ ਮੁਕੱਦਮਾ ਪਾ ਕੇ ਡੈਫਰਮੇਸ਼ਨ ਦਾ ਮੈਂ ਕੋਈ ਹਰਾਸ ਨਹੀਂ ਕਰਨਾ ਚਾਹੁੰਦਾ। ਸਾਡੀ ਅੱਜ ਵੀ ਅਪਰੋਚ ਹਿਊਮਨਟੇਰੀਅਨ ਹੈ। ਅਸੀਂ ਮਹਿਸੂਸ ਕਰਦੇ ਹਾਂ ਕਿ ਇਹਨੂੰ ਆਪਦੀ ਗੱਲ ਮਹਿਸੂਸ ਕਰਨੀ ਚਾਹੀਦੀ ਹੈ। ਜਿਹੜਾ ਬੰਦਾ ਮਦਦ ਕਰਦਾ ਹੈ ਵੀ ਮੈਂ ਤੁਹਾਨੂੰ ਸੈਕਿੰਡ ਪੋਸਟਮਾਰਟਮ ਦਾ ਕਮਿਟਮੈਂਟ ਕੀਤੀ ਹੈ, ਉਹ ਮੈਂ ਕਰਾ ਦਿੱਤਾ ਹੈ। ਉਹ ਚਾਹੇ ਮੈਂ 4 ਲਾਈਨਾਂ 'ਚ ਕਰਾ ਦੇਵਾਂ ਅਤੇ ਭਾਵੇਂ 400 ਪੇਜ ਦੀ ਪਟੀਸ਼ਨ 'ਚ ਕਰਾ ਦੇਵਾਂ, ਠੀਕ ਹੈ। ਦੂਜੀ ਗੱਲ ਹੈ ਕਿ ਇੱਕ ਤੁਹਾਨੂੰ ਇਹ ਵੀ ਸਮਝ ਹੈ ਕਿ ਵਕੀਲ ਦਾ ਕੰਮ ਹੁੰਦਾ ਕੇਸ ਦੇ ਫੈਕਟਸ ਨੂੰ ਚੰਗੀ ਤਰ੍ਹਾਂ ਬਰੀਫ ਕਰਨਾ, ਲਾਅ ਮੈਂਸ਼ਨ ਕਰਨਾ, ਡਰਾਫਟ ਕਰਨਾ ਅਤੇ ਫਾਈਲ ਕਰਨਾ। ਰਿਲੀਫ ਦੇਣਾ ਨਾ ਦੇਣਾ ਕੋਰਟ ਦਾ ਕੰਮ ਹੁੰਦਾ ਹੈ।
ਜੇ ਬਾਈ ਚਾਂਸ ਹੁਣ ਉਹਨਾਂ ਦੇ ਫਾਦਰ ਸਾਹਿਬ ਦਾ ਤੁਹਾਨੂੰ ਕਾਲ ਆਉਂਦਾ ਤਾਂ ਤੁਸੀਂ ਇਸ ਕੇਸ ਨੂੰ ਦੁਬਾਰਾ ਲੜੋਗੇ ਕਿ ਉਹ ਜਿਸ ਤਰ੍ਹਾਂ ਕਹਿੰਦੇ ਨੇ ਵੀ ਇਸ ਦੀ ਜਾਂਚ ਹੋਣੀ ਚਾਹੀਦੀ ਹੈ? ਦੇਖੋ ਜੀ, ਜਦੋਂ ਅਗਲਿਆਂ ਨੇ ਸਾਨੂੰ ਡਿਸਐਸੋਸ਼ੀਏਟ ਕਰ ਲਿਆ ਹੈ ਤੇ ਫਿਰ ਮੈਂ ਤਾਂ ਚੰਗਾ ਭਲਾ ਬੰਦਾ ਹੈਗਾ ਹੈ ਤੇ ਮੈਂ ਕਿਸੇ ਦੇ ਮਗਰ ਥੋੜਾ ਜਾਵਾਂਗਾ। ਇਹ ਮੇਰੇ ਕੋਲ ਇੱਥੇ ਹਾਈ ਕੋਰਟ ਆਏ ਸੀ, ਇਹਨਾਂ ਨੇ ਆਪਦੀ ਸਿਫਾਰਿਸ਼ ਮਾਨ ਔਰ ਭਾਈ ਧਿਆਨ ਸਿੰਘ ਮੰਨ ਕੋਲੇ ਕਰਾਈ ਸੀ। ਮੈਂ ਤੇ ਕੋਈ ਸਿਫਾਰਿਸ਼ ਲੈ ਕੇ ਇਹਨਾਂ ਦੇ ਘਰੇ ਗਿਆ ਨਹੀਂ ਕਿ ਮੈਨੂੰ ਕੇਸ ਦਿਓ, ਮੈਂ ਤੁਹਾਡਾ ਕੇਸ ਪਾਉਣਾ ਜ਼ਰੂਰੀ ਹੈਗਾ। ਹਾਂਜੀ, ਯਾਨੀ ਕਿ ਤੁਸੀਂ ਇਸ ਕੇਸ ਦੇ ਵਿੱਚ ਜੇ ਉਹ ਤੁਹਾਡੇ ਤੱਕ ਪਹੁੰਚ ਕਰਦੇ ਆ ਤੁਸੀਂ ਇਹ ਕੇਸ ਨੂੰ ਦੁਬਾਰਾ ਕੰਟੀਨਿਊ ਕਰੋਗੇ ਜਾਂ ਨਹੀਂ? ਸਾਡੇ ਦਰਸ਼ਕ ਇਹ ਜਾਣਨਾ ਚਾਹੁੰਦੇ ਨੇ। ਡੈਫੀਨੇਟਲੀ ਅਸੀਂ ਇਸ ਕੇਸ ਦੇ ਵਿੱਚ ਬਹੁਤ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਸਾਡੀ ਟੀਮ ਹਿਊਮਨ ਰਾਈਟਸ ਦੇ ਹੱਕ ਵਿੱਚ ਹੈਗੀ ਹੈ। ਅਸੀਂ ਸੈਕਿੰਡ ਪੋਸਟਮਾਰਟਮ ਸੋਚਦੇ ਸੀ ਫੈਮਿਲੀ ਦਾ ਰਾਈਟ ਹੈਗਾ ਜੀ। ਟਾਰਚਰ ਮੈਟਰ ਹੈ, ਕਸਟੋਡੀਅਲ ਡੈਥ ਹੈ ਤੇ ਇਹਦੇ ਤੇ ਅਸੀਂ ਨਾਲ ਖੜੇ ਹਾਂ। ਡਰੱਗਸ ਜਿਹੜੇ ਪੰਜਾਬ 'ਚ ਗੈਂਗ ਕਲਚਰ ਹੈ, ਗੈਂਗ ਵਾਰਸ ਦੇ ਵਿੱਚ ਬੰਦੇ ਮਾਰਨਾ, ਇਹਦੇ ਅਸੀਂ ਹੱਕ 'ਚ ਨਹੀਂ ਹੈਗੇ। ਸਾਡੀ ਥਾਟ ਬਹੁਤ ਕਲੀਅਰ ਹੈ ਕਿ ਰੂਲ ਆਫ ਲਾਅ ਪ੍ਰਵੇਲ ਕਰਨਾ ਚਾਹੀਦਾ ਹੈ ਨਾ। ਸੋ ਅਸੀਂ ਰੂਲ ਆਫ ਲਾਅ ਦੇ ਹੱਕ 'ਚ ਹੈਗੇ ਹਾਂ। ਜੇ ਕੋਈ ਵਿਕਟਮ ਆਉਂਦਾ ਹੈ ਤੇ ਉਹ ਕੋਈ ਹੋਰ ਵੀ ਹੋਏ ਤਾਂ ਅਸੀਂ ਉਹਦੀ ਮਦਦ ਕਰਨ ਨੂੰ ਤਿਆਰ ਹੈਗੇ ਹਾਂ। ਅਸੀਂ ਤਾਂ ਉਹਨਾਂ ਪਰਿਵਾਰਾਂ ਨਾਲ ਵੀ ਖੜੇ ਹਾਂ ਕਿ ਅੰਮ੍ਰਿਤਸਰ ਦੇ ਵਿੱਚ ਤੁਹਾਨੂੰ ਯਾਦ ਹੋਏਗਾ 2005 ਦੇ ਵਿੱਚ ਇੱਕ ਫੈਮਿਲੀ ਦੇ 5 ਮੈਂਬਰ ਸੁਸਾਈਡ ਕਰ ਗਏ ਸੀ, ਜਿਸ 'ਚ DIG ਕੁਲਤਾਰ ਸਿੰਘ ਕਨਵਿਕਟ ਹੋਇਆ। ਐਜ ਏ ਸਟੂਡੈਂਟ ਉਹ ਪਟੀਸ਼ਨ ਮੈਂ ਹਾਈ ਕੋਰਟ ਚੈਲੰਜ ਕੀਤੀ ਸੀ, ਇਨਵੈਸਟੀਗੇਸ਼ਨ ਹੋ ਕੇ ਪਰਚਾ ਦਰਜ ਹੋ ਕੇ, ਕਿਉਂਕਿ ਉੱਥੇ ਸਾਰਾ ਪਰਿਵਾਰ ਹੀ ਮਰ ਗਿਆ ਸੀ, ਕੋਈ ਪੈਰਵਾਈ ਕਰਨ ਵਾਲਾ ਨਹੀਂ ਸੀ। ਅਸੀਂ ਤਾਂ ਉੱਥੇ ਵੀ ਖੜੇ ਹਾਂ। ਯਾਨੀ ਕਿ ਤੁਸੀਂ ਸਾਰੀਆਂ ਪੁਰਾਣੀਆਂ ਗੱਲਾਂ ਨੂੰ ਭੁੱਲ ਕੇ ਜੇ ਪਰਿਵਾਰ ਤੁਹਾਡੇ ਤੱਕ ਪਹੁੰਚ ਕਰੇਗਾ ਤਾਂ ਤੁਸੀਂ ਉਹਨਾਂ ਦੀ ਮਦਦ ਕਰੋਗੇ? ਸਾਡੇ ਕੋਲ ਕੋਈ ਵੀ ਹਿਊਮਨ ਰਾਈਟਸ ਵਾਇਓਲੇਸ਼ਨ ਵਾਲਾ ਆ ਜਾਏ ਤੇ ਖੈਰ ਇਸ ਕੇਸ ਦੇ ਵਿੱਚ ਤਾਂ ਬਹੁਤ ਵੱਡੇ ਬੰਦਿਆਂ ਨੇ ਸਿਫਾਰਿਸ਼ ਕੀਤੀ ਸੀ। ਮੈਂ ਮਹਿਸੂਸ ਕਰਦਾ ਸੀ ਵੀ ਉਹ ਜ਼ਿੰਮੇਵਾਰ ਬੰਦੇ ਨੇ ਜਿਨ੍ਹਾਂ ਨੂੰ ਕਹਿ ਰਿਹਾ ਕਿ ਮੈਨੂੰ ਮਿਸਗਾਈਡ ਕਰਕੇ ਬੰਦਿਆਂ ਨੇ ਕਰਾ ਦਿੱਤਾ ਹੈ। ਇਹਨੂੰ ਮੀਡੀਆ 'ਚ ਨਾ ਤੇ ਦੱਸਣਾ ਚਾਹੀਦਾ ਕਿ ਮਿਸਗਾਈਡ ਕਰਨ ਵਾਲੇ ਕੌਣ ਹੈਗੇ ਨੇ। ਉਹ ਦੋਨੋਂ ਮੈਂਬਰ ਪਾਰਲੀਮੈਂਟ ਨੇ ਸਾਬਕਾ ਹੈ, ਇੱਕ ਸਰਬੱਤ ਖਾਲਸੇ ਦਾ ਸਾਬਕਾ ਜਥੇਦਾਰ ਹੈ, ਇੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਪ੍ਰਧਾਨ ਹੈ ਜਿਹੜਾ UNO ਤੱਕ ਲੋਕਾਂ ਦੀ ਲੜਾਈ ਲੜ ਰਿਹਾ ਹੈ ਨਾ। ਸੋ ਬੰਦੇ ਨੂੰ ਥੈਂਕਲੈਸ ਨਹੀਂ ਹੋਣਾ ਚਾਹੀਦਾ। ਬਹੁਤ ਬਹੁਤ ਧੰਨਵਾਦ। ਤਾਂ ਇਹ ਸਨ ਐਡਵੋਕੇਟ ਸਿਮਰਨਜੀਤ ਸਿੰਘ, ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਬੇਸ਼ੱਕ ਪਟੀਸ਼ਨ 1 ਪੇਜ ਦੀ ਹੋਵੇ ਚਾਹੇ 2 ਪੇਜਾਂ ਦੀ ਹੋਵੇ, ਜੋ ਪਰਿਵਾਰ ਦੀ ਮੰਗ ਸੀ ਉਹ ਮੰਗ ਨੂੰ ਅਦਾਲਤ ਨੇ ਪ੍ਰਵਾਨ ਕੀਤਾ ਤੇ ਦੂਜੀ ਪੋਸਟਮਾਰਟਮ ਹੋਇਆ। ਬੇਸ਼ੱਕ ਉਸ ਦੇ ਵਿੱਚ ਕੀ ਰਿਪੋਰਟ ਆਈ ਹੈ ਉਹ ਬਾਅਦ ਦੀ ਗੱਲਾਂ ਨੇ, ਪਰ ਪਰਿਵਾਰ ਲਗਾਤਾਰ ਮੰਗ ਕਰ ਰਿਹਾ ਸੀ ਕਿ ਦੂਜੀ ਵਾਰ ਪੋਸਟਮਾਰਟਮ ਹੋਣਾ ਚਾਹੀਦਾ ਤੇ ਜਿਹੜੇ ਇਲਜ਼ਾਮ ਜੈਪਾਲ ਭੁੱਲਰ ਦੇ ਪਿਤਾ ਵੱਲੋਂ ਲਗਾਏ ਜਾ ਰਹੇ ਨੇ ਉਹ ਸਾਰੇ ਦੇ ਸਾਰੇ ਇਲਜ਼ਾਮ ਬੇਬੁਨਿਆਦ ਨੇ, ਕਿਉਂਕਿ ਐਡਵੋਕੇਟ ਸਿਮਰਨਜੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੇ ਜੈਪਾਲ ਭੁੱਲਰ ਦੇ ਪਿਤਾ ਦੇ ਨਾਲ ਸੰਪਰਕ ਨਹੀਂ ਕੀਤਾ ਸੀ, ਬਲਕਿ ਜੈਪਾਲ ਭੁੱਲਰ ਦੇ ਪਿਤਾ ਦੇ ਵੱਲੋਂ ਉਹਨਾਂ ਨਾਲ ਸੰਪਰਕ ਕੀਤਾ ਗਿਆ ਸੀ ਤੇ ਮੰਗ ਕੀਤੀ ਸੀ ਕਿ ਤੁਸੀਂ ਸਾਡਾ ਕੇਸ ਲੜੋ। ਤਾਂ ਵੇਖਦੇ ਹਾਂ ਕਿ ਹੁਣ ਇਸ ਸਾਰੇ ਮਾਮਲੇ ਦੇ ਵਿੱਚ ਜੈਪਾਲ ਭੁੱਲਰ ਦੇ ਪਿਤਾ ਦੇ ਵੱਲੋਂ ਤਾਂ ਐਡਵੋਕੇਟ ਸਿਮਰਨਜੀਤ ਸਿੰਘ ਤੇ ਇਲਜ਼ਾਮ ਲਗਾਏ ਗਏ ਨੇ, ਤਾਂ ਹੁਣ ਐਡਵੋਕੇਟ ਸਿਮਰਨਜੀਤ ਸਿੰਘ ਨੇ ਵੀ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਸਬੂਤਾਂ ਦੇ ਆਧਾਰ ਦੇ ਉੱਤੇ ਖਾਰਿਜ ਕਰ ਦਿੱਤਾ ਹੈ। ਅਜਿਹੇ ਦੇ ਵਿੱਚ ਹੁਣ ਜੈਪਾਲ ਭੁੱਲਰ ਦੇ ਪਿਤਾ ਦਾ ਕੀ ਐਕਸ਼ਨ ਰਹਿਣ ਵਾਲਾ ਹੈ ਇਹ ਵੇਖਣ ਵਾਲੀ ਗੱਲ ਹੋਵੇਗੀ। ਚੰਡੀਗੜ੍ਹ ਤੋਂ ਕੈਮਰਾਮੈਨ ਮੋਹਨ ਦੇ ਨਾਲ ਮੈਂ ਨਵਦੀਪ ਕੌਰ, ਹਮਦਰਦ TV ਲਈ।